ਧੰਨ ਵਾਹਿਗੁਰੂ ਸਾਹਿਬ ਜੀਓ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰਖੀ। ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ। ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ। ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ। ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਪਿਛਲੇਰੇ ਦਿਨਾਂ ਤੋਂ ਸਮਝਣ ਦਾ ਯਤਨ ਕਰ ਰਹੇ ਹਾਂ। ਆਓ ਇਸ ਲੜੀ ਦੇ ਤਹਿਤ 33 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਜਾਣਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਦੁਨੀਆ ਦੇ ਅੰਦਰ ਇਹ ਨਿਯਮ ਹੈ ਕਿ ਜਿਹੜੀ ਵਸਤੂ ਜਿਹੜੇ ਮੂਲ ਤੋਂ ਬਣੀ ਹੈ, ਜਦੋਂ ਉਹ ਵਸਤੂ ਟੁੱਟਦੀ ਹੈ, ਜਦੋਂ ਉਸ ਵਸਤੂ ਦੇ ਵਿੱਚ ਕਿਸੇ ਪ੍ਰਕਾਰ ਦਾ ਵਿਗਾੜ ਹੁੰਦਾ ਹੈ ਤੇ ਉਹ ਵਸਤੂ ਨੂੰ ਉਸੇ ਮੂਲ ਤੋਂ ਜੋੜਿਆ ਜਾਂਦਾ ਹੈ ਜਿਹਦੇ ਤੋਂ ਉਹ ਬਣੀ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਆਪਾਂ ਇਸ ਗੱਲ ਨੂੰ ਸਮਝ ਲਈਏ, ਜੇ ਕੋਈ ਸਟੀਲ ਦਾ ਭਾਂਡਾ ਟੁੱਟਾ ਹੈ, ਸਟੀਲ ਦੇ ਬਰਤਨ ਦੇ ਵਿੱਚ ਕੋਈ ਵਿਗਾੜ ਆਇਆ ਹੈ ਤੇ ਉਸ ਨੂੰ ਸਟੀਲ ਦੇ ਨਾਲ ਹੀ ਜੋੜਿਆ ਜਾ ਸਕਦਾ ਹੈ। ਜੇ ਲੋਹੇ ਦਾ ਕੋਈ ਪਦਾਰਥ, ਕੋਈ ਵਸਤੂ ਟੁੱਟ ਗਈ ਹੈ
ਤੇ ਉਹਨੂੰ ਲੋਹੇ ਦੇ ਨਾਲ ਜੋੜਿਆ ਜਾ ਸਕਦਾ ਹੈ। ਜੇ ਕੋਈ ਵਸਤੂ ਸੋਨੇ ਦੀ ਟੁੱਟ ਗਈ ਹੈ ਤੇ ਸੋਨਾ ਉਸ ਦਾ ਮੂਲ ਹੈ, ਇਸ ਕਰਕੇ ਸੋਨੇ ਦੇ ਨਾਲ ਹੀ ਉਸ ਨੂੰ ਦੁਬਾਰਾ ਗੰਢਿਆ ਜਾ ਸਕਦਾ ਹੈ, ਜੋੜਿਆ ਜਾ ਸਕਦਾ ਹੈ, ਨਾ ਕਿ ਕਿਸੇ ਹੋਰ ਧਾਤ ਦੇ ਨਾਲ। ਉਵੇਂ ਹੀ ਕੋਈ ਕੱਪੜਾ ਪਾਟ ਗਿਆ ਹੈ ਤੇ ਉਸ ਕੱਪੜੇ ਦੇ ਮੂਲ ਦੇ ਨਾਲ, ਭਾਵ ਕੱਪੜੇ ਦੇ ਨਾਲ ਹੀ ਉਹਨੂੰ ਜੋੜਿਆ ਜਾ ਸਕਦਾ ਹੈ, ਸਿੱਤਾ ਜਾ ਸਕਦਾ ਹੈ, ਕਿਸੇ ਹੋਰ ਚੀਜ਼ ਦੇ ਨਾਲ ਨਹੀਂ, ਕਿਸੇ ਹੋਰ ਵਸਤੂ ਦੇ ਨਾਲ ਨਹੀਂ। ਸੋ ਇਹੋ ਜਿਹੀਆਂ ਬੇਅੰਤ ਉਦਾਹਰਨਾਂ ਜਿਹੜੀਆਂ ਨੇ ਉਹ ਸਾਨੂੰ ਸੰਸਾਰ ਦੇ ਵਿੱਚੋਂ ਮਿਲ ਜਾਣਗੀਆਂ ਕਿ ਜਿਹੜੀ ਵਸਤੂ ਦਾ ਜਿਹੜਾ ਮੂਲ ਹੈ, ਜਦੋਂ ਉਹ ਵਸਤੂ ਦੇ ਵਿੱਚ ਕੋਈ ਵਿਗਾੜ ਹੁੰਦਾ ਹੈ, ਜਦੋਂ ਕੋਈ ਟੁੱਟ ਭੱਜ ਹੁੰਦੀ ਹੈ, ਤੇ ਉਸ ਦੇ ਮੂਲ ਦੇ ਰਾਹੀਂ ਹੀ ਉਸ ਨੂੰ ਠੀਕ ਕੀਤਾ ਜਾਂਦਾ ਹੈ, ਉਸ ਦੇ ਮੂਲ ਦੇ ਰਾਹੀਂ ਹੀ ਉਸ ਨੂੰ ਜੋੜਿਆ ਜਾਂਦਾ ਹੈ, ਉਹਨੂੰ ਸਵਾਰਿਆ ਜਾਂਦਾ ਹੈ। ਸੋ ਠੀਕ ਉਸੇ ਢੰਗ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬੇਅੰਤ ਪ੍ਰਕਾਰ ਦੇ ਉਤਾਰ ਚੜਾਵ ਜਿਹੜੇ ਨੇ ਉਹ ਆਉਂਦੇ ਨੇ। ਇਸ ਜੀਵਨ ਨੂੰ ਜਿਉਂਦਿਆਂ ਹੋਇਆਂ ਕੁਝ ਕੁ ਉਤਾਰ ਚੜਾਵ ਜਿਹੜੇ ਨੇ ਉਹ ਐਸੇ ਹੁੰਦੇ ਨੇ ਜਿਹੜੇ ਮਨੁੱਖ ਨੂੰ ਅੰਦਰੋਂ ਤੋੜ ਦਿੰਦੇ ਨੇ। ਮਨੁੱਖ ਜਿਹੜਾ ਹੈ ਉਹ ਅੰਦਰੋਂ ਟੁੱਟ ਜਾਂਦਾ ਹੈ, ਉਹਦੇ ਮਾਨਸਿਕ ਤਸ਼ੱਵਰ ਦੇ ਵਿੱਚ ਵਿਗਾੜ ਪੈ ਜਾਂਦਾ ਹੈ, ਵਿਘਨ ਪੈ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਟੈਨਸ਼ਨਾਂ, ਚਿੰਤਾਵਾਂ, ਸਟ੍ਰੈਸ, ਡਿਪਰੈਸ਼ਨ ਦਾ ਸ਼ਿਕਾਰ ਮਨੁੱਖ ਹੋ ਜਾਂਦਾ ਹੈ, ਕਿਉਂਕਿ ਜ਼ਿੰਦਗੀ ਦੇ ਉਤਾਰ ਚੜਾਵ ਨੇ ਅੰਦਰੋਂ ਇਸ ਮਨੁੱਖ ਨੂੰ ਤੋੜ ਦਿੱਤਾ ਹੈ। ਅੰਦਰੋਂ ਵਿਗਾੜ ਜਿਹੜਾ ਹੈ ਉਹ ਪੈ ਚੁੱਕਾ ਹੈ, ਤੇ ਫਿਰ ਇਸ ਵਿਗਾੜ ਦੇ ਕਾਰਨ, ਟੁੱਟੇ ਹੋਏ ਮਨ ਦੇ ਕਾਰਨ ਮਨੁੱਖ ਜਿਹੜਾ ਹੈ ਉਹ ਕਈ ਵਾਰ ਖੁਦਕੁਸ਼ੀਆਂ ਦੇ ਰਾਹ ਦੇ ਉੱਤੇ ਤੁਰ ਪੈਂਦਾ ਹੈ, ਆਤਮ ਹੱਤਿਆਵਾਂ ਦੇ ਰਾਹ ਦੇ ਉੱਤੇ ਤੁਰ ਪੈਂਦਾ ਹੈ। ਉਹਨੂੰ ਚਿੰਤਾਵਾਂ, ਫਿਕਰਾਂ ਤੇ ਝੋਰਿਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਪੈਂਦਾ ਹੈ। ਅੰਦਰੋਂ ਟੁੱਟਣ ਦਾ ਸਦਕਾ ਇਨਸਾਨ ਦੇ ਜੀਵਨ ਦਾ ਖੇੜਾ, ਖੁਸ਼ੀ, ਸਹਿਜ, ਸਕੂਨ, ਸ਼ਾਂਤੀ ਜਿਹੜੀ ਹੈ ਉਹ ਅਲੋਪ ਹੋ ਜਾਂਦੀ ਹੈ। ਹੁਣ ਇਨਸਾਨ ਜਦੋਂ ਅੰਦਰੋਂ ਟੁੱਟਦਾ ਹੈ ਤੇ ਉਹਦੇ ਜੀਵਨ ਦੇ ਵਿੱਚੋਂ ਜਦੋਂ ਆਹ ਸਾਰੀਆਂ ਚੀਜ਼ਾਂ ਅਲੋਪ ਹੁੰਦੀਆਂ ਨੇ, ਫਿਰ ਉਹਦੇ ਜੀਵਨ ਦਾ ਹਿੱਸਾ ਬਣਦਾ ਹੈ ਅਸ਼ਾਂਤੀ, ਤ੍ਰਿਸ਼ਨਾ, ਅਸਹਿਜ। ਉਹਦੇ ਜੀਵਨ ਦਾ ਫਿਰ ਹਿੱਸਾ ਬਣਦਾ ਹੈ ਚਿੰਤਾਵਾਂ, ਫਿਕਰਾਂ, ਟੈਨਸ਼ਨਾਂ। ਉਹਦੇ ਜੀਵਨ ਦਾ ਫਿਰ ਹਿੱਸਾ ਬਣਦਾ ਹੈ ਮਨ ਦਾ ਉਚਾਟਪਨ ਹੋ ਜਾਣਾ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਇਹਦੇ ਵਿੱਚੋਂ ਫਿਰ ਇਨਸਾਨ ਕਈ ਵਾਰ ਐਸੇ ਕਦਮ ਆਪਣੀ ਜ਼ਿੰਦਗੀ ਦੇ ਵਿੱਚ ਪੁੱਟਦਾ ਹੈ ਕਿ ਫਿਰ ਉਹਨੂੰ ਕੇਵਲ ਜ਼ਿੰਦਗੀ ਭਰ ਪਛਤਾਵਾ ਰਹਿੰਦਾ ਹੈ, ਜਾਂ ਫਿਰ ਉਹਦੇ ਹੱਥ ਕੁਝ ਵੀ ਨਹੀਂ ਆਉਂਦਾ। ਆ ਤੁਸੀਂ ਪਿਛਲੇ ਦਿਨੀ ਵੇਖਿਆ, ਇੱਕ ਫਿਲਮੀ ਅਦਾਕਾਰ ਨੇ ਆਪਣੇ ਆਪ ਨੂੰ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ, ਸੁਸਾਈਡ ਕੀਤਾ। ਹੁਣ ਕਿਤੇ ਨਾ ਕਿਤੇ ਜਦੋਂ ਇਨਸਾਨ ਆਤਮ ਹੱਤਿਆ ਵਾਲੇ ਪਾਸੇ ਵੱਧਦਾ ਹੈ, ਜਦੋਂ ਮਨੁੱਖ ਆਤਮ ਘਾਤ ਕਰਦਾ ਹੈ, ਤੇ ਇਹਦਾ ਕਾਰਨ ਇਹ ਹੈ ਵੀ ਉਹ ਅੰਦਰੋਂ ਟੁੱਟ ਚੁੱਕਾ ਹੈ।
ਉਹਦੇ ਅੰਦਰ ਉਹ ਸਮਰੱਥਾ ਨਹੀਂ ਰਹੀ, ਉਹ ਤਾਕਤ, ਉਹ ਪਾਵਰ ਨਹੀਂ ਰਹੀ ਕਿ ਉਹ ਆਪਣੀ ਜ਼ਿੰਦਗੀ ਦੇ ਆਏ ਹੋਏ ਉਤਾਰ ਚੜ੍ਹਾਵਾਂ ਦਾ ਸਾਹਮਣਾ ਕਰ ਸਕੇ, ਉਹਨਾਂ ਉਤਾਰ ਚੜ੍ਹਾਵਾਂ ਨੂੰ ਸਹਿਣ ਕਰ ਸਕੇ, ਉਹ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਫੇਸ ਕਰ ਸਕੇ। ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਦੋਂ ਅੰਦਰੋਂ ਇਨਸਾਨ ਟੁੱਟਦਾ ਹੈ ਫਿਰ ਉਹ ਕਿਤੇ ਨਾ ਕਿਤੇ ਸਹਾਰਾ ਲੱਭਦਾ ਹੈ, ਕਿਸੇ ਪਦਾਰਥ ਦਾ ਸਹਾਰਾ, ਕਿਸੇ ਵਸਤੂ ਦਾ ਸਹਾਰਾ, ਕਿਸੇ ਚੀਜ਼ ਦਾ ਸਹਾਰਾ, ਕਿਸੇ ਥਾਂ ਦਾ ਸਹਾਰਾ, ਕਿਸੇ ਵਿਅਕਤੀ ਦਾ ਸਹਾਰਾ। ਉਹ ਕਿਤੇ ਨਾ ਕਿਤੇ ਫਿਰ ਸਹਾਰੇ ਲੱਭਦਾ ਹੈ ਕਿ ਮੇਰੇ ਅੰਦਰ ਜੋ ਇਸ ਉਤਾਰ ਚੜਾਵ ਦੇ ਕਾਰਨ ਜੋ ਇਹ ਟੁੱਟ ਭੱਜ ਹੋਈ ਹੈ, ਮੈਂ ਦੁਬਾਰਾ ਇਸ ਨੂੰ ਜੋੜ ਸਕਾਂ, ਮੈਂ ਦੁਬਾਰਾ ਇਸ ਟੁੱਟ ਭੱਜ ਨੂੰ ਫਿਰ ਸਵਾਰ ਸਕਾਂ। ਪਰ ਕੋਈ ਵੀ ਦੁਨਿਆਵੀ ਸਹਾਰਾ ਜਿਹੜਾ ਹੈ ਉਹ ਸਾਡੇ ਉਸ ਸਮੇਂ ਕੰਮ ਨਹੀਂ ਆਉਂਦਾ। ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਮੇਰੀ ਜਿਹੜੀ ਅੰਦਰਲੀ ਟੁੱਟ ਭੱਜ ਹੋ ਚੁੱਕੀ ਹੈ, ਜਿਹੜਾ ਅੰਦਰੋਂ ਮਨ ਟੁੱਟ ਚੁੱਕਾ ਹੈ, ਅੰਦਰਲਾ ਉਹ ਆਤਮਿਕ ਸਹਿਜ ਜਿਹੜਾ ਹੈ ਉਹ ਟੁੱਟ ਚੁੱਕਾ ਹੈ, ਉਹਨੂੰ ਮੈਂ ਕਿਸੇ ਨਾ ਕਿਸੇ ਢੰਗ ਦਾ ਸਹਾਰਾ ਦੇ ਕਰਕੇ ਜੋੜ ਸਕਾਂ। ਤੁਸੀਂ ਵੇਖੋਗੇ ਜਿਹੜੇ ਬੰਦੇ ਨਸ਼ੇ ਦੀ ਵਰਤੋਂ ਕਰਦੇ ਨੇ, ਸ਼ਰਾਬ ਪੀਂਦੇ ਨੇ ਜਾਂ ਹੋਰ ਨਸ਼ਾ ਕਰਦੇ ਨੇ, ਕਦੇ ਉਹਨਾਂ ਦੇ ਨਾਲ ਬੈਠ ਕੇ ਆਪਾਂ ਗੱਲਬਾਤ ਕਰੀਏ ਤੇ ਬਹੁਤਾਤ ਆંકੜੇ ਸਾਨੂੰ ਐਸੇ ਮਿਲਣਗੇ ਜਿਹੜੇ ਬੰਦੇ ਇਹ ਕਹਿੰਦੇ ਨੇ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਇਸ ਗੱਲ ਦਾ ਘਾਟਾ ਪਿਆ, ਜਾਂ ਮੈਂ ਇੱਥੇ ਮਾਰ ਖਾਧੀ, ਮੈਂ ਇੱਥੇ ਘਾਟਾ ਖਾਧਾ, ਇੱਥੇ ਮੇਰਾ ਨੁਕਸਾਨ ਹੋਇਆ, ਇੱਥੇ ਮੈਨੂੰ ਧੋਖਾ ਮਿਲਿਆ, ਤੇ ਉਸ ਧੋਖੇ ਨੂੰ, ਉਸ ਗਮ ਨੂੰ, ਉਸ ਘਾਟੇ ਨੂੰ ਮੈਂ ਪੂਰਾ ਕਰਨ ਦੇ ਲਈ ਫਿਰ ਨਸ਼ੇ ਦੀ ਵਰਤੋਂ ਜਿਹੜੀ ਸੀ ਉਹ ਕਰਨੀ ਸ਼ੁਰੂ ਕੀਤੀ। ਮੈਂ ਨਸ਼ੇ ਦਾ ਸਹਾਰਾ ਲਿਆ। ਪਰ ਭਾਵੇਂ ਉਹ ਇਨਸਾਨ ਇਹ ਗੱਲ ਨੂੰ ਕਹਿ ਰਿਹਾ ਹੈ, ਪਰ ਖਿਮਾ ਕਰਨਾ ਸੱਚਾਈ ਇਹ ਹੈ ਕਿ ਨਸ਼ੇ ਦੇ ਸਹਾਰੇ ਨੇ ਉਹਦਾ ਅੰਦਰਲਾ ਉਹ ਗਮ ਜਿਹੜਾ ਹੈ, ਅੰਦਰਲਾ ਜਿਹੜਾ ਦੁੱਖ ਹੈ, ਉਹ ਟੁੱਟ ਭੱਜ ਹੈ, ਨਸ਼ੇ ਨੇ ਉਹਦੀ ਪੂਰਤੀ ਨਹੀਂ ਕੀਤੀ। ਹਾਂ, ਨਸ਼ੇ ਨੇ ਇੰਨਾ ਕੁ ਜ਼ਰੂਰ ਕੀਤਾ ਕਿ ਕੁਝ ਸਮੇਂ ਦੇ ਲਈ ਉਸ ਨੂੰ ਦਬਾ ਦਿੱਤਾ, ਉਹਦਾ ਅਹਿਸਾਸ ਮਨੁੱਖ ਨੂੰ ਭੁਲਾ ਦਿੱਤਾ। ਪਰ ਜਦੋਂ ਨਸ਼ੇ ਦੀ ਲੋਰ ਉਤਰੀ ਫਿਰ ਉਹ ਉਸੇ ਤਰ੍ਹਾਂ ਹੀ ਮਨੁੱਖ ਦੇ ਜੀਵਨ ਦਾ ਹਿੱਸਾ ਬਣੇ ਰਹਿੰਦੇ ਨੇ। ਉਹ ਗਮ, ਉਹ ਦੁੱਖ, ਉਹ ਅੰਦਰਲੀ ਟੁੱਟ ਭੱਜ। ਸੋ ਮੈਂ ਬੇਨਤੀ ਜਿਹੜੀ ਕਰ ਰਿਹਾ ਸਾਂ ਕਿ ਇਨਸਾਨ ਇਸ ਅੰਦਰਲੀ ਟੁੱਟ ਭੱਜ ਨੂੰ ਜੋੜਨ ਦੇ ਲਈ ਬਾਹਰਲੇ ਦੁਨਿਆਵੀ ਪਦਾਰਥਾਂ ਦਾ, ਦੁਨਿਆਵੀ ਵਸਤੂਆਂ ਦਾ, ਦੁਨਿਆਵੀ ਬੰਦਿਆਂ ਦਾ, ਨਸ਼ਿਆਂ ਦਾ, ਹੋਰ ਬੇਅੰਤ ਚੀਜ਼ਾਂ ਦਾ ਸਹਾਰਾ ਲੈਂਦਾ ਹੈ ਵੀ ਮੇਰਾ ਅੰਦਰਲਾ ਜਿਹੜਾ ਟੁੱਟ ਚੁੱਕਾ ਹੈ ਉਹ ਅੰਦਰ ਫਿਰ ਤੋਂ ਮੁੜ ਜੁੜ ਸਕੇ, ਮੈਂ ਫਿਰ ਉਸ ਆਨੰਦ ਨੂੰ, ਉਸ ਖੁਸ਼ੀ ਨੂੰ, ਉਸ ਸਹਿਜ ਨੂੰ, ਉਸ ਸ਼ਾਂਤੀ ਨੂੰ ਆਪਣੇ ਜੀਵਨ ਦੇ ਅੰਦਰ ਬਹਾਲ ਕਰ ਸਕਾਂ। ਇਨਸਾਨ ਸਹਾਰੇ ਤਾਂ ਲੈਂਦਾ ਹੈ, ਪਰ ਖਿਮਾ ਕਰਨਾ, ਇਹ ਦੁਨਿਆਵੀ ਪਦਾਰਥਾਂ ਦਾ ਕੋਈ ਵੀ ਸਹਾਰਾ ਜਿਹੜਾ ਹੈ ਉਹ ਇਸ ਕੰਮ ਦੇ ਵਿੱਚ ਕਾਰਗਰ ਨਹੀਂ ਹੁੰਦਾ, ਸਹਾਈ ਨਹੀਂ ਹੁੰਦਾ। ਮਨੁੱਖ ਨੂੰ ਉਹ ਸਹਿਜ, ਉਹ ਸ਼ਾਂਤੀ, ਉਹ ਦ੍ਰਿੜਤਾ ਨਹੀਂ ਉਹ ਦੇ ਸਕਦਾ। ਉਹਦਾ ਕਾਰਨ ਇਹ ਹੈ, ਜਿਵੇਂ ਆਪਾਂ ਪਹਿਲਾਂ ਉਦਾਹਰਣ ਲੈ ਕਰਕੇ ਇਸ ਗੱਲ ਨੂੰ ਸਮਝਿਆ ਹੈ ਕਿ ਜਿਵੇਂ ਕੋਈ ਚੀਜ਼, ਬਾਹਰਲੀ ਵਸਤੂ ਟੁੱਟਦੀ ਹੈ ਤੇ ਉਸ ਨੂੰ ਉਹਦੇ ਮੂਲ ਦੇ ਨਾਲ ਹੀ ਜੋੜਿਆ ਜਾ ਸਕਦਾ ਹੈ, ਕਿਸੇ ਹੋਰ ਵਸਤੂ ਦੇ ਨਾਲ ਨਹੀਂ। ਹੁਣ ਠੀਕ ਉਸੇ ਢੰਗ ਦੇ ਨਾਲ ਇਨਸਾਨ ਦਾ ਮੂਲ ਹੈ ਉਹ ਅਕਾਲ ਪੁਰਖ ਪਰਮਾਤਮਾ। ਇਨਸਾਨ ਦਾ ਮੁੱਢ ਹੈ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਰੱਬ, ਜਿਨੇ ਇਸ ਇਨਸਾਨ ਨੂੰ ਪੈਦਾ ਕੀਤਾ ਹੈ, ਜਿਹਦੇ ਬਾਰੇ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਜਾਂ
ਆਪਾਂ सतगुरु जी की मुबारक बाणी का बचन पढ़िए तो सतगुरु जी कह लगे ने, आपी ने आप साजियो आपी ने रचियो नाओ, दुई कुदरत साजिए कर आसन डिठो चाओ, दाता करता आप तू तुस देवे करे पसाओ, तू जानोई सब से दे लैसें जिंद कवाओ, कर आसन डिठो चाओ। खैर सतगुरु जी ये गल सानू बड़ी बरीकी दे नाल समझा रहे ने कि हे मनुख, तेरा मूल जिहड़ा सी वो है अकाल पुरख परमात्मा। हुण जे तू अंदरों टुट चुका है ते ठीक संसार दियां उन्हां निज़मां दे मुताबक ये तेरी अंदरली टुट भज ठीक भी तां ही होनी सी, ये जुड़ना भी तां ही सी जे तू मूल दे नाल जुड़ जांदा। जिवें पहलां आपां उदाहरण लईए भी जे सोने की कोई वस्तु टुट जाए तो फिर उहदा मूल है सोना, तो उहनूं सोने दे नाल ही जोड़िया जा सकदा है। जे कोई चांदी की वस्तु टुट जाए तो चांदी का मूल जिहड़ा है, चांदी की वस्तु का मूल जिहड़ा है वह है चांदी। मान के चलो भी चांदी दे कोई चैन टुट गई है, कोई कड़ा टुट गया है, तो वह मूल जिहड़ा है वो चांदी है, तो उन्होंने चांदी दे नाल ही जोड़िया जा सकदा। ऐसा तो नहीं भी चांदी की चैन टुटी होवे या कड़ा चांदी का टुटा होवे तो उन्होंने सोने दे नाल जोड़ दिता जाए, तो ऐसा भी नहीं होया भी कड़ा सोने का टुटा होवे तो उन्होंने सुनियारा कहे भी लिया मैं चांदी दे नाल जोड़ दियाँ, ऐसा नहीं होवेगा क्योंकि चांदी मूल नहीं है। सो ठीक उस ढंग दे नाल जदों इंसान अंदरों अपनियां चिंतावां दे नाल, अपनियां टेंशनां दे नाल, अपनियां कर्मां दे राही वो अंदरों टुटदा है, उतार चढ़ाव दे नाल वो जदों अंदरों टुटदा है, तो साध संगत जी सुभाविक बात है कि इन्हें जुड़ना भी अपने मूल दे नाल ही है, तो इसका मूल है परमात्मा। हुण इंसान अपने मूल का सहारा ना लै करके वो बाहरलियां पदार्थां दे सहारे लैंदा है अपने इस अंदर नूं जोड़न दे लई। किते वो दुनियावी वस्तुआं दे, किते धन पदार्थ दा, किते नशे दा, किते बंदियां दा, किते वो किसी जगह का सहारा लैंदा है। सो वो सारे सहारे जिहड़े ने वो इस दे जीवन दे अंदर व्यर्थ ने। सो सतगुरु जी सानू कहंदे ने जे तू अपना अंदर जिहड़ा टुट चुका है उसनूं जोड़ना चाहुंदा है तो फिर तेनों अपने मूल दे नाल जुड़ना पवेगा। तेरा मूल है परमात्मा, वाहिगुरु, वो रब्बी निज़म। इसे करके सतगुरु जी ने बाणी दे विच कहा, मूल छोड़ डाली लगे डूबे से वणजारिया। सतगुरु जी कह लगे जिहड़े मूल नूं छड्ड के डालियां दे नाल जुड़ जांदे ने वो अखीर डुब जांदे ने। बाणी ने इसे करके इंसान नूं ये गल कही। सतगुरु जी कह लगे अपना मूल पछाण, तू अपने मूल नूं पछाण भी तेरा मूल की है, तेरा बेस की है, तेरा आधार की है, जिस दे नाल जुड़ के तू टुटा होया जुड़ जावे। हुण तुसीं वेखो भी इतिहास दे किड्डे प्यारे साडे सामने दृष्टांत होंदे ने, बेअंत घटनावां ऐसियां इतिहास दियां पन्नियां दे विच होंदियां ने। हुण जिहड़े लोग बिल्कुल सच दे नालों टुट चुके ने, जिन्हां ने अपने जीवन का कोई मकसद ही नहीं समझिया, जदों उन्हां नूं उन्हां दे मूल की पहचान कराई जाती है तो फिर वो इतिहास नूं एक नवा रूप दे करके वो एक नवा इतिहास सिरजदे ने। एग्जाम्पल इतिहास दियां पन्नियां दे विचों साडे सामने है बाबा बंदा सिंह बहादुर जी दी। हुण बाबा बंदा सिंह बहादुर जदों आपां उन्हां दा जीवन पढ़दे हाँ तो बचपन दे विच ही जदों 14 कुछ साल की उम्र है, लक्ष्मण दास अजे उन्हां दा नाम है। हुण शिकार खेडन जाते ने। एक दिन ऐसा वापरिया, शिकार खेडते खेडते हरनी का शिकार करते हैं तो की वेखते ने जिहड़ी हरनी का शिकार किया उहदे पेट च 2 बच्चे ने तो वह बच्चे भी तो हरनी भी उन्हां दी अखां दे सामने तड़प तड़प के मर जाते हैं। वो लक्ष्मण दास इस दुख के कारण अंदरों टुट जाता है, यतन बहुत करता है
भी मैं जुड़ सकां किसी ना किसी तरीके दे नाल जिहड़ी अंदरों मेरे उपरामता आ चुकी है, जिहड़ा मैं अंदरों टुट चुका वां, जिहड़ी मेरी शांति अंदरों निकल चुकी है, ये फिर बहाल हो सके। वो बड़े यतन करता है। किते वो जानकी प्रसाद नूं अपना गुरु धारण करता है, हुण किते वो रामदास नूं अपना गुरु अपनाउंदा है, किते वो औगड़नाथ नूं अपना गुरु अपनाउंदा है। हुण वो जिन्ने भी गुरु धारण किते उन्होंने उन्हों जोड़न दा यतन किया, पर उन्होंने दुनियावी पदार्थां दे नाल जोड़न दा यतन किया। किसी ने उहदा नाम बदल के लक्ष्मण दास तो माधो दास रख दिता, किसी ने उन्होंने रिद्धियां सिद्धियां वाले पासे ला दिता, किसी ने जंतरा मंत्रा वाले पासे ला दिता, किसी ने इस पासे ला दिता भी तू खाली तीर्थां दे उत्ते भरमण करदा रह। ताइयों तां आपां वेखदे आ भी कदे वो नासक दी धरती ते जांदे ने ते कदे वो तीर्थां दे उत्ते भरमण कर रहे ने। सो मैं जिहड़ी बेनती कर रहा सां भी अंदरों वो टुट चुका है। हुण बाहरों जिन्हां नूं गुरु धारण किया उन्होंने बाहरलियां पदार्थां दे नाल जोड़न दा बड़ा यतन किया, पर नहीं जुड़ पाया। माधो दास उहदे अंदर दा वो वैरागपन जिहड़ा है वो नहीं खत्म होया, वो उपरामता नहीं गई, वो दुख जिहड़ा उहनूं लगा सी वो नहीं उहदी जिंदगी दे विचों खत्म होया। अखीर जदों आपां इतिहास दे पन्नियां नूं पढ़दे हां, दशमेश पिता गुरु गोबिंद सिंह जी महाराज हुण जदों उन्हां दे नाल मिलाप हुंदा है ते गुरु साहिब जी सारी विथया उहदी सुणदे ने भी किवें किवें इहदा जीवन दा सफ़र जिहड़ा है वो आरंभ होया ते किवें ये उपरामता इहदे जीवन च आई। हुण सतगुरु जी ने वेखिया भी ये अंदरों टुटिया होया ते इनू किसी बाहरले पदार्थ दे नाल नहीं जोड़िया जा सकता। इनू तां ही जोड़िया जा सकता है जे इनू मूल दे नाल जोड़ांगे ते ये तां ही अंदरों जुड़ सकता है। सो गुरु गोबिंद सिंह जी महाराज ने माधो दास नूं उहदे अंदरले मूल दे नाल जोड़न दा जिहड़ा यतन किया, जदों जोड़िया सतगुरु जी ने उन्हों ये गल समझाई भी कमाल की बात है, एक हिरनी दे बच्चे मरे ते तू वैरागी बन गया है, तेनू बड़ा दुख लगा है, तेरे डेरे दे विच आके असी बकरे की झटका दिते, तू कहने भी जीव हत्या हो गई है, डेरा पवित्र हो गया है। तू कदे वेख भी इस उस अकाल पुरख परमात्मा की कायनात दे विच, इस संसार दे विच, इस देश दे विच किन्ने लोग ने जिन्हां दे उत्ते अत्याचार हो रहे ने, किन्ने लोग ने जिन्हां दे उत्ते जुलम हो रहे ने, किन्ना खून बेदोशियां दा इत्थे डोलिया जा रहा है जालमां दे वल्लों। जदों इहो जिहियां गल्लां करके दशमेश पिता जी ने माधो दास बैरागी नूं उहदे मूल दे नाल जोड़िया है, उस अकाल पुरख परमात्मा दे नाल जोड़िया है। हुण वेखो भी किवें वो अंदरों जुड़दा है, वो टुटा होया माधो दास लक्ष्मण दास वो किवें अंदरों जुड़दा है। जेड़ा लक्ष्मण दास कदे हिरनी दे बच्चे मरदे वेख के अंदरों टुट गया सी, हुण गुरु ने जदों मूल दे नाल जोड़िया, हुण अज इहो जे हालात बने पे ने भी उहदे 4 साल दे बच्चे अजय सिंह दा कलेजा कढ़ के उहदे मूँह च पाया जांदा है, उहदे बेअंत जरनैल उहदियां अखां दे सामने शहीद करके उन्हां दे सिर नेजियां दे उत्ते टंग के उहदे चार छफेरे आले दुआले टंग दिते जांदे ने। हर रोज़ उन्होंने नवें तो नवें तसीहे दिते जाते हैं, पर अज बंदा सिंह बहादुर जिहड़ा है वो ज्यों दा त्यों दृढ़ बैठा है, वो टुटदा नहीं है, वो बिखरदा नहीं है, वो दुखी नहीं है। क्यों? क्योंकि उन्होंने गुरु ने मूल दे नाल जोड़ दिता, उन्होंने एक गल समझा दी, अपना मूल पछाण भी तू अपने मूल नूं पहचान। खैर जिहड़ी आपां गल कर रहे सां भी इंसान ने अपने मूल दे नालों टुट के जदों पदार्थां दे विचों सुख लभण दी आनंद लभण दी कोशिश की ते उहनूं खुआर होना पिया। अज दी इस पौड़ी दे विच गुरु अमरदास जी महाराज यही गल सानूं समझाउण दा यतन कर रहे ने। सतगुरु जी कहण लगे, हे इंसान तू ये आनंद जिहड़ा है, ये अंदरला सहज जिहड़ा है,
ਇਹ ਸੁੱਖ ਜਿਹੜਾ ਹੈ ਤੂੰ ਪਦਾਰਥਾਂ ਦੇ ਵਿੱਚੋਂ ਲੱਭਣਾ ਚਾਹੁੰਦਾ ਹੈ, ਪਰ ਇਹਨਾਂ ਪਦਾਰਥਾਂ ਦੇ ਵਿੱਚੋਂ ਤੈਨੂੰ ਸੁੱਖ ਨਹੀਂ ਲੱਭਣਾ, ਕਿਉਂਕਿ ਤੇਰਾ ਮੂਲ ਜਿਹੜਾ ਹੈ ਉਹ ਕੁਝ ਹੋਰ ਹੈ। ਤੇਰਾ ਮੂਲ ਉਹ ਪਰਮਾਤਮਾ ਹੈ ਜਿਹਦੇ ਤੋਂ ਟੁੱਟਾ ਹੋਇਆ ਹੈ। ਤੇ ਤੁਸੀਂ ਵੇਖੋ ਵੀ ਜੇ ਆਪਾਂ ਅਜੋਕੇ ਇਨਸਾਨ ਦੀ ਹਾਲਾਤ ਦੀ ਗੱਲ ਕਰਦੇ ਹਾਂ ਤੇ ਇਨਸਾਨ ਦੇ ਕੋਲ ਸਭ ਕੁਝ ਹੈ। ਅੱਜ ਪਦਾਰਥਾਂ ਦੀ ਕੋਈ ਕਮੀ ਹੈ। ਮੈਂ ਪਹਿਲਾਂ ਜ਼ਿਕਰ ਕੀਤਾ ਵੀ ਜਿਹੜਾ ਉਹ ਫਿਲਮੀ ਅਦਾਕਾਰ ਜਿਹਨੇ ਸੁਸਾਈਡ ਕਰ ਲਿਆ, ਉਹਦੇ ਕੋਲ ਪਦਾਰਥਾਂ ਦੀ ਕੋਈ ਕਮੀ ਸੀ। 60 ਕਰੋੜ ਦਾ ਮਾਲਕ ਉਹ ਦੱਸਿਆ ਜਾਂਦਾ ਸੀ। ਲਗਜ਼ਰੀ ਗੱਡੀਆਂ ਜਿਹੜੀਆਂ ਨੇ ਉਹਦੇ ਘਰ ਖਲੋਤੀਆਂ ਸਨ, ਬਾਈਕਾਂ ਮਹਿੰਗੀਆਂ ਮਹਿੰਗੀਆਂ ਉਹਦੇ ਘਰ ਖਲੋਤੀਆਂ ਸਨ, ਨਾਮ ਵੀ ਸੀ, ਪੈਸਾ ਵੀ ਸੀ, ਪਰ ਅੰਦਰਲਾ ਸੁੱਖ ਨਹੀਂ ਸੀ। ਇਸੇ ਕਰਕੇ ਬਾਣੀ ਨੇ ਸਾਨੂੰ ਬੜੀ ਪਿਆਰੀ ਗੱਲ ਕਹੀ, ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਤਿਗੁਰੂ ਜੀ ਕਹਿਣ ਲੱਗੇ ਇਹ ਅੰਦਰਲਾ ਆਨੰਦ ਤਾਂ ਤੈਨੂੰ ਤਾਂ ਮਿਲਣਾ ਜੇ ਤੂੰ ਆਪਣੇ ਮੂਲ ਦੇ ਨਾਲ ਜੁੜੇਗਾ, ਜੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਵੇਂਗਾ। ਸੋ ਅੱਜ ਦੀ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਾਡੇ ਮੂਲ ਤੋਂ ਜਾਣੂ ਕਰਾਉਂਦੇ ਨੇ। ਕਹਿਣ ਲੱਗੇ ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਇਹ ਮੇਰਿਆ ਸਰੀਰਾ, ਵੇਖ ਉਸ ਪਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਆਪਣੀ, ਤੇਰਾ ਮੂਲ ਉਹ ਪਰਮਾਤਮਾ ਬਣਿਆ, ਆਧਾਰ ਉਹ ਪਰਮਾਤਮਾ ਬਣਿਆ, ਤਾਂ ਤੂੰ ਇਸ ਸੰਸਾਰ ਤੇ ਆਇਆ ਹੈ। ਤੇ ਤੂੰ ਇਸ ਸੰਸਾਰ ਦੇ ਉੱਤੇ ਆ ਕੇ ਸੁੱਖ ਲੱਭਣਾ ਚਾਹੁੰਦਾ ਹੈ ਮੂਲ ਦੇ ਨਾਲੋਂ ਟੁੱਟ ਕੇ, ਪਦਾਰਥਾਂ ਦੇ ਵਿੱਚੋਂ। ਸਤਿਗੁਰੂ ਜੀ ਕਹਿਣ ਲੱਗੇ ਐਸਾ ਕਦੇ ਵੀ ਨਹੀਂ ਹੋਵੇਗਾ। ਜੇ ਤੈਨੂੰ ਸੁੱਖ ਚਾਹੀਦਾ ਹੈ, ਜੇ ਤੂੰ ਆਪਣਾ ਟੁੱਟਿਆ ਹੋਇਆ ਅੰਦਰਲਾ ਫਿਰ ਜੋੜਨਾ ਚਾਹੁੰਦਾ ਤੇ ਤੈਨੂੰ ਮੂਲ ਦੇ ਨਾਲ ਜੁੜਨਾ ਪਵੇਗਾ, ਤੈਨੂੰ ਸੱਚ ਦੇ ਨਾਲ ਜੁੜਨਾ ਪਵੇਗਾ। ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਤੇ ਸਤਿਗੁਰੂ ਜੀ ਕਹਿ ਲਗੇ ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਉਸ ਪਰਮਾਤਮਾ ਨੇ ਤੇਰੇ ਵਿੱਚ ਜੋਤ ਟਿਕਾਈ ਆਪਣੀ, ਤਾਂ ਤੂੰ ਇਸ ਸੰਸਾਰ ਦੇ ਵਿੱਚ ਆਇਆ। ਤੇ ਆਪਾਂ ਰੋਜ਼ ਸਾਧ ਸੰਗਤ ਜੀ ਇਹ ਬਚਨ ਪੜ੍ਹਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਜਾਂ ਆਪਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਣਾ। ਸੋ ਸਤਿਗੁਰੂ ਜੀ ਕਹਿੰਦੇ ਨੇ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਉਹ ਪਰਮਾਤਮਾ ਆਪ ਹੀ ਤੇਰੀ ਮਾਂ ਹੈ, ਆਪ ਹੀ ਤੇਰਾ ਪਿਤਾ ਹੈ। ਜਿਵੇਂ ਮਾਤਾ ਪਿਤਾ ਬੱਚੇ ਦੀ ਸੰਭਾਲ ਕਰਦੇ ਨੇ, ਉਵੇਂ ਉਹ ਪਰਮਾਤਮਾ ਤੇਰੀ ਸੰਭਾਲ ਕਰ ਰਿਹਾ ਹੈ। ਜਿਨੇ ਤੈਨੂੰ ਪੈਦਾ ਕਰਕੇ, ਤੇਰੀ ਜ਼ਿੰਦ ਨੂੰ ਪੈਦਾ ਕਰਕੇ ਤੈਨੂੰ ਇਹ ਸੰਸਾਰ ਜਿਹੜਾ ਸੀ ਉਹ ਦਿਖਾ ਦਿੱਤਾ, ਇਸ ਸੰਸਾਰ ਨੂੰ ਵੇਖਣ ਦਾ ਇੱਕ ਸੁਭਾਗ ਤੈਨੂੰ ਬਖਸ਼ਿਆ ਹੈ। ਸਤਿਗੁਰੂ ਜੀ ਕਹਿਣ ਲੱਗੇ ਗੁਰ ਪ੍ਰਸਾਦੀ ਬੁਝਿਆ, ਤਾਂ ਚਲਤ ਹੋਆ ਚਲਤ ਨਦਰੀ ਆਇਆ। ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ ਹੈ, ਕਿਹੜੀ ਗੱਲ ਦੀ? ਵੀ ਮੂਲ ਪਰਮਾਤਮਾ ਹੈ। ਜੇ ਆਨੰਦ ਚਾਹੀਦਾ ਹੈ ਤੇ ਫਿਰ ਉਸ ਪਰਮਾਤਮਾ ਦੇ ਨਾਲ ਹੀ ਜੁੜ ਕੇ ਮਿਲ ਸਕਦਾ ਹੈ। ਜੇ ਟੁੱਟੇ ਹੋਏ ਅੰਦਰ ਨੂੰ ਜੋੜਨਾ ਹੈ ਤੇ ਫਿਰ ਇਹ ਕਿਸੇ ਪਦਾਰਥ ਦੇ ਨਾਲ ਨਹੀਂ, ਇਹ ਕਿਸੇ ਵਸਤੂ ਦੇ ਨਾਲ ਨਹੀਂ, ਇਹ ਉਸ ਸੱਚ ਪਰਮਾਤਮਾ ਦੇ ਨਾਲ ਜੁੜ ਕੇ ਹੀ ਇਹ ਅੰਦਰ ਜੁੜ ਸਕਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਤਾਂ ਚਲਤ ਹੋਆ, ਚਲਤ ਦੇ ਅਰਥ ਨੇ ਚਲਿੱਤਰ, ਖੇਡ। ਫਿਰ ਉਹਨਾਂ ਨੂੰ ਇਹ ਸੰਸਾਰ ਇੱਕ ਖੇਡ ਨਜ਼ਰ ਆਉਂਦਾ ਹੈ। ਚਲਤ ਨਦਰੀ ਆਇਆ, ਉਹ ਇਸ ਸੰਸਾਰ ਦੀ ਖੇਡ ਨੂੰ ਫਿਰ ਸਮਝ ਲੈਂਦੇ ਨੇ ਵੀ ਇਹ ਸੰਸਾਰ ਅਸਲ 'ਚ ਹੈ ਕੀ ਹੈ। ਉਹਨਾਂ ਨੂੰ ਸਮਝ ਲੱਗ ਜਾਂਦਾ ਵੀ ਫਿਰ ਚਿੰਤਾਵਾਂ ਦਾ ਟੁੱਟਣ ਦਾ ਕਾਰਨ ਕੀ ਬਣਦਾ ਹੈ। ਫਿਰ ਉਹ ਕਾਰਨ ਨੂੰ ਲੱਭਦੇ ਨੇ। ਸੋ ਸਤਿਗੁਰੂ ਜੀ ਅਖੀਰ ਤੇ ਕਹਿੰਦੇ ਨੇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਨਾਨਕ ਇਹ ਗੱਲ ਆਖਦਾ ਹੈ, ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦਾ ਮੁੱਢ ਬਣਾਇਆ ਹੈ, ਮੁੱਢ ਬੰਨ੍ਹਿਆ ਹੈ, ਉਹਨੇ ਤੇਰੇ ਅੰਦਰ ਜੋਤ ਰੱਖੀ, ਤਾਂ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਪਰਮਾਤਮਾ ਤੇਰਾ ਮੂਲ ਹੈ, ਤੇਰਾ ਆਧਾਰ ਹੈ। ਜੇ ਸੁੱਖ ਚਾਹੁੰਦਾ ਹੈ ਤੇ ਫਿਰ ਉਸ ਪਰਮਾਤਮਾ ਦੇ ਨਾਲ ਜੁੜ, ਉਸ ਵਾਹਿਗੁਰੂ ਦੇ ਨਾਲ, ਉਸ ਸੱਚ ਦੇ ਨਾਲ, ਉਹਨਾਂ ਨਿਯਮਾਂ ਦੇ ਨਾਲ ਜੁੜ, ਤਾਂ ਤੇਰੀ ਜ਼ਿੰਦਗੀ ਦੇ ਅੰਦਰ ਸੁੱਖ ਆ ਸਕਦਾ ਹੈ। ਤੇ ਜੇ ਤੂੰ ਆਪਣੇ ਮੂਲ ਨੂੰ ਛੱਡ ਕੇ ਹੋਰਨਾਂ ਵਸਤੂਆਂ ਦੇ ਵਿੱਚੋਂ ਸੁੱਖ ਭਾਲਦਾ ਹੈ, ਤੇ ਸਤਿਗੁਰੂ ਜੀ ਨੇ ਫਿਰ ਸਪਸ਼ਟ ਇਹ ਗੱਲ ਕਹਿ ਦਿੱਤੀ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ, ਅਬਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ,
ਸਿਮਰ ਨਾਰਾਇਣ। ਸਤਿਗੁਰੂ ਜੀ ਕਹਿਣ ਲੱਗੇ ਸਦਾ ਹੀ ਉਸ ਪਰਮਾਤਮਾ ਨੂੰ ਚੇਤੇ ਕਰ। ਦੁਨਿਆਵੀ ਪਦਾਰਥਾਂ ਦੇ ਵਿੱਚੋਂ, ਦੁਨਿਆਵੀ ਵਸਤੂਆਂ ਦੇ ਵਿੱਚੋਂ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਅੰਦਰਲਾ ਸੁੱਖ ਜਿਹੜਾ ਹੈ ਇਹ ਉਦੋਂ ਹੀ ਤੇਰੇ ਜੀਵਨ 'ਚ ਆਵੇਗਾ ਜਦੋਂ ਸੱਚ ਉਹ ਰੱਬੀ ਗੁਣ ਤੇਰੇ ਜੀਵਨ 'ਚ ਆਉਣਗੇ। ਸੋ ਭਾਗਾਂ ਵਾਲਿਓ, ਆਓ ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਮੂਲ ਨੂੰ ਸਮਝਣ ਦਾ ਯਤਨ ਕਰੀਏ ਤੇ ਜ਼ਿੰਦਗੀ ਦੀਆਂ ਉਤਾਰ ਤੇ ਚੜ੍ਹਾਵਾਂ ਦੇ ਕਾਰਨ ਜੇ ਅਸੀਂ ਟੁੱਟ ਚੁੱਕੇ ਹਾਂ ਤੇ ਫਿਰ ਆਪਣੇ ਆਪ ਨੂੰ ਜੋੜਨ ਦਾ ਯਤਨ ਕਰੀਏ ਉਸ ਪਰਮਾਤਮਾ ਮੂਲ ਦੇ ਨਾਲ ਜੁੜ ਕੇ, ਦੁਨਿਆਵੀ ਪਦਾਰਥਾਂ ਦਾ ਸਹਾਰਾ ਲੈ ਕੇ ਨਹੀਂ। ਜੇ ਕੋਈ ਜ਼ਿੰਦਗੀ 'ਚ ਉਤਾਰ ਚੜ੍ਹਾਵ ਆਇਆ ਹੈ, ਜੇ ਕੋਈ ਦੁੱਖ ਆਇਆ ਹੈ, ਕੋਈ ਇਹੋ ਜਿਹੀ ਚਿੰਤਾ, ਇਹੋ ਜਿਹਾ ਕੋਈ ਸਟ੍ਰੈਸ ਆਇਆ ਹੈ, ਤੇ ਫਿਰ ਉਹ ਦੁਨਿਆਵੀ ਪਦਾਰਥਾਂ ਦੇ ਨਾਲ ਜੁੜ ਕੇ ਨਹੀਂ। ਇਹ ਨਹੀਂ ਵੀ ਮੇਰੇ ਕੋਲ ਧਨ ਹੋਵੇ ਤੇ ਮੈਂ ਅੰਦਰੋਂ ਜੁੜ ਸਕਦਾ, ਜਾਂ ਮੈਂ ਨਸ਼ੇ ਦਾ ਸਹਾਰਾ ਲੈ ਕਰਕੇ ਮੈਂ ਇਸ ਦੁੱਖ ਨੂੰ ਘਟਾ ਸਕਦਾ। ਨਹੀਂ, ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਕੇ ਹੀ ਆਪਣੇ ਇਸ ਅੰਦਰ ਨੂੰ ਜੋੜ ਸਕਦੇ ਹਾਂ, ਇਸ ਦੁੱਖ ਨੂੰ ਘਟਾ ਸਕਦੇ ਹਾਂ, ਖਤਮ ਕਰ ਸਕਦੇ ਹਾਂ। ਤੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਲ ਜੁੜ ਕੇ ਆਪਣੇ ਇਸ ਦੁੱਖ ਨੂੰ ਘਟਾਉਣ ਦਾ ਉਪਰਾਲਾ ਕਰ ਲਿਆ ਹੈ, ਸਤਿਗੁਰੂ ਜੀ ਉਹਨਾਂ ਦੇ ਬਾਰੇ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ਼। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।